ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ontario ਸਮੇਂ ਤੋਂ ਪਹਿਲਾਂ ਪਾਬੰਦੀਆਂ ਦੇ ਵਿੱਚ ਦੇ ਸਕਦਾ ਹੈ ਢਿੱਲ। ਜਾਣੋ ਕੈਨੇਡਾ ਦੇ ਵਿੱਚ ਕੀ ਹਨ ਕੋਰੋਨਾ ਵਾਇਰਸ ਦੇ ਹਾਲਾਤ। ਰੀਟੇਲ ਸੇਲ ਦੇ ਵਿੱਚ ਰਿਕਾਰਡ ਤੋੜ ਗਿਰਾਵਟ। ਅਪ੍ਰੈਲ ਮਹੀਨੇ ਦੌਰਾਨ ਪਿਆ ਵੱਡਾ ਘਾਟਾ। ਡਰਾਈਵਰਾਂ ਦੀ ਜੇਬ ਤੇ ਪਵੇਗਾ ਭਾਰੀ ਅਸਰ। ਮੈਟਰੋ ਵੈਨਕੂਵਰ ਦੇ ਵਿੱਚ ਵਧ ਰਹੀਆਂ ਗੈਸ ਦੀਆਂ ਕੀਮਤਾਂ। ਵੈਨਕੂਵਰ 에ਅਰਪੋਰਟ ਵੱਲੋਂ ਖਰਗੋਸ਼ਾਂ ਖਿਲਾਫ ਚੁੱਕਿਆ ਕਦਮ। ਖਰਗੋਸ਼ ਮਾਰਨ ਦੇ ਲਈ ਲਗਾਈ ਗਈ ਸ਼ਖਸ ਦੀ ਡਿਊਟੀ। ਕੈਨੇਡਾ ਨੇ ਕੱਢਿਆ ਨਵਾਂ ਐਕਸਪ੍ਰੈਸ ਐਂਟਰੀ ਡਰਾਅ। 1000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ। ਨਿਊਟਨ ਦੇ ਵਿੱਚ ਵਾਪਰਿਆ ਸੜਕ ਹਾਦਸਾ। 71 ਸਾਲਾ ਔਰਤ ਹੋਈ ਗੰਭੀਰ ਜ਼ਖਮੀ। ontario ਸਰਕਾਰ ਵੱਲੋਂ ਰੀਓਪਨਿੰਗ ਪਲਾਨ ਜੋ ਸਾਂਝਾ ਕੀਤਾ ਗਿਆ ਉਸਦਾ ਜਿਹੜਾ ਅਗਲਾ ਪੜਾਅ ਹੈ ਪ੍ਰੋਵਿੰਸ ਦੇ ਵਿੱਚ ਲਾਗੂ ਕੀਤਾ ਜਾਣਾ, ਉਸ ਨੂੰ ਜਲਦ ਹੀ ਲਾਗੂ ਕਰ ਦਿੱਤਾ ਜਾਵੇ। ਜਾਣੀ ਕਿ ਸਮੇਂ ਤੋਂ ਪਹਿਲਾਂ ਇਸ ਦੇ ਉੱਪਰ ਸਰਕਾਰ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ। ਇਸ ਖਬਰ ਦੇ ਵਿੱਚ ਬਾਕੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਹਨ। ਫੋਰਡ ਸਰਕਾਰ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਕਿ 2 ਦਿਨ ਪਹਿਲਾਂ ਹੀ ਰੀਓਪਨਿੰਗ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇ। ਫੋਰਡ ਸਰਕਾਰ ਵੱਲੋਂ ਇਸ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ ਕਿ ਜੋ ਪ੍ਰੋਵਿੰਸ ਦੇ ਵਿੱਚ ਅਗਲਾ ਰੀਓਪਨਿੰਗ ਦਾ ਪੜਾਅ ਲਾਗੂ ਕੀਤਾ ਜਾਣਾ ਹੈ ਉਸ ਨੂੰ 2 ਦਿਨ ਪਹਿਲਾਂ ਹੀ ਲਾਗੂ ਕਰ ਦਿੱਤਾ ਜਾਵੇ। ਇਸ ਪੜਾਅ ਦੇ ਤਹਿਤ ਹੇਅਰ ਸਟਾਈਲਿਸਟ ਅਤੇ ਨੇਲ ਸੈਲੂਨ ਮੁੜ ਤੋਂ ਖੋਲ੍ਹੇ ਜਾਣਗੇ। ਅਸੈਂਸ਼ੀਅਲ ਰੀਟੇਲ ਦੇ ਵਾਸਤੇ 50% ਦੀ ਕੈਪੈਸਿਟੀ ਕੀਤੀ ਜਾਵੇਗੀ, ਜੋ ਕਿ ਸਟੈਪ 1 ਦੇ ਅਧੀਨ 25% ਸੀ। ਨਾਨ ਅਸੈਂਸ਼ੀਅਲ ਰੀਟੇਲ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ, ਜਿਸ ਦੀ ਕੈਪੈਸਿਟੀ ਨੂੰ 25% ਵਧਾਇਆ ਜਾਵੇਗਾ। ontario ਤੋਂ 24 ਘੰਟਿਆਂ ਦੌਰਾਨ 255 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 5,43,019 ਕੋਰੋਨਾ ਦੇ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 57, ਵਾਟਰਲੂ ਰੀਜਨ ਤੋਂ 53, ਪੀਲ ਰੀਜਨ ਤੋਂ 25, ਨਾਰਥ ਬੇ ਤੋਂ 23 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ 11 ਮੌਤਾਂ ਹੋਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ ਸੂਬੇ ਦੇ ਵਿੱਚ 9,093 ਦੇ ਉੱਪਰ ਪਹੁੰਚ ਗਿਆ। ontario ਦੇ ਵਿੱਚ 5,30,894 ਰਿਕਵਰਡ ਕੋਰੋਨਾ ਵਾਇਰਸ ਦੇ ਮਾਮਲੇ ਨੇ। ਐਕਟਿਵ ਮਾਮਲਿਆਂ ਦੀ ਗਿਣਤੀ 3,032 ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 295 ਦੱਸੀ ਗਈ ਹੈ। ਇੰਟੈਂਸਿਵ ਕੇਅਰ ਅਧੀਨ 305 ਮਰੀਜ਼ ਨੇ। 190 ICU ਦੇ ਵਿੱਚ ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 127 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹੁਣ ਤੱਕ 3,74,222 ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਸੂਬੇ ਦੇ ਵਿੱਚ ਸਾਹਮਣੇ ਆ ਚੁੱਕੇ ਨੇ। 11,198 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 161 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 40 ਇੰਟੈਂਸਿਵ ਕੇਅਰ ਅਧੀਨ ਹਨ। ਇਸ ਪ੍ਰੋਵਿੰਸ ਦੇ ਵਿੱਚ 81% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 20.3% ਦੀ ਆਬਾਦੀ ਨੂੰ 2 ਡੋਜ਼ ਲੱਗ ਚੁੱਕੀਆਂ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 123 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਕੈਨੇਡਾ ਦੇ ਵਿੱਚ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,172 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.7 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਰੀਟੇਲ ਸੇਲ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਰੀਟੇਲ ਸੇਲ ਦੇ ਵਿੱਚ ਕਿੰਨੀ ਗਿਰਾਵਟ ਹੋਈ ਹੈ। ਉਹਨਾਂ ਦੇ ਮੁਤਾਬਕ ਅਪ੍ਰੈਲ ਦੇ ਮਹੀਨੇ ਰਿਕਾਰਡ ਤੋੜ ਜਿਹੜਾ ਡ੍ਰੌਪ ਹੈ ਰੀਟੇਲ ਸੇਲ ਦੇ ਵਿੱਚ ਦੇਖਿਆ ਗਿਆ। ਕੈਨੇਡੀਅਨ ਰੀਟੇਲ ਸੇਲ ਦੇ ਵਿੱਚ ਅਪ੍ਰੈਲ ਮਹੀਨੇ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਬਾਅਦ ਅਪ੍ਰੈਲ ਮਹੀਨੇ ਅਜਿਹਾ ਪਹਿਲੀ ਵਾਰ ਦੇਖਿਆ ਗਿਆ ਜਦੋਂ ਸਭ ਤੋਂ ਵੱਧ ਡ੍ਰੌਪ ਰੀਟੇਲ ਸੇਲ ਦੇ ਵਿੱਚ ਹੋਇਆ ਹੋਵੇ। ਇਸ ਬਾਰੇ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਰੀਟੇਲ ਸੇਲ 5.7% ਘੱਟ ਹੋਈ ਹੈ, ਜੋ ਕਿ ਅਪ੍ਰੈਲ 2020 ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ। ਮਈ ਮਹੀਨੇ ਦੇ ਵਿੱਚ 3.2% ਐਡੀਸ਼ਨਲ ਡ੍ਰੌਪ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਇਕਨੋਮਿਸਟ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਦੌਰਾਨ ਜ਼ਿਆਦਾ ਸਖਤੀਆਂ ਇਸ ਦਾ ਕਾਰਨ ਹਨ, ਜਿਸ ਕਰਕੇ ਰੀਟੇਲ ਸੇਲ ਘੱਟ ਹੋਈ ਹੈ। ਅਪ੍ਰੈਲ ਮਹੀਨੇ ਦੌਰਾਨ ਨਾਨ ਅਸੈਂਸ਼ੀਅਲ ਸੇਲ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਹੈ, ਜੋ ਕਿ 11 ਸਬਸੈਕਟਰਸ ਦੇ ਵਿੱਚੋਂ 9 ਅੰਦਰ ਘੱਟ ਹੋਈ। ਕੋਰ ਰੀਟੇਲ ਸੇਲ ਦੇ ਵਿੱਚ 7.6% ਦੀ ਗਿਰਾਵਟ ਦੇਖੀ ਗਈ ਹੈ। ਅਪ੍ਰੈਲ ਮਹੀਨੇ ਦੌਰਾਨ ਕੱਪੜੇ ਅਤੇ ਕੱਪੜਿਆਂ ਦੀ ਅਸੈਸਰੀ ਦੇ ਸਟੋਰ ਦੇ ਵਿੱਚ ਸੇਲ 28.6% ਘੱਟ ਰਹੀ, ਜੋ ਕਿ ਜਨਰਲ ਮਰਚੈਂਡਾਈਜ਼ ਸਟੋਰ ਦੇ ਵਿੱਚ 8.1% ਘੱਟ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਜਾਣਕਾਰੀ ਦੇ ਮੁਤਾਬਕ
ਬਿਲਡਿੰਗ ਮਟੀਰੀਅਲ ਐਂਡ ਗਾਰਡਨ ਇਕਵਿਪਮੈਂਟ ਐਂਡ ਸਪਲਾਈਜ਼ ਡੀਲਰ ਦੀ ਸੇਲ 10.4% ਘੱਟ ਹੋਈ ਹੈ। ਮੋਟਰ ਵਹੀਕਲ ਐਂਡ ਪਾਰਟ ਡੀਲਰ ਦੀ ਸੇਲ 1.4% ਘੱਟ ਰਹੀ। ਗੈਸੋਲੀਨ ਸਟੇਸ਼ਨਸ ਦੇ ਉੱਪਰ ਇਹ ਅੰਕੜਾ 4.1% ਦਾ ਰਿਹਾ। ਮੈਟਰੋ ਵੈਨਕੂਵਰ ਦੇ ਡਰਾਈਵਰਾਂ ਦੀ ਜੇਬ ਦੇ ਉੱਪਰ ਹੁਣ ਭਾਰੀ ਬੋਝ ਪੈਣ ਵਾਲਾ ਹੈ, ਕਿਉਂਕਿ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਮਾਹਰਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਦੱਸੇ ਗਏ, ਜਿੱਥੇ ਉਹਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਦੌਰਾਨ ਇਹਨਾਂ ਕੀਮਤਾਂ ਦੇ ਵਿੱਚ ਹੋਰ ਵੀ ਵਾਧਾ ਹੋਏਗਾ। ਕਿੰਨਾ ਵਾਧਾ ਇਹਨਾਂ ਕੀਮਤਾਂ ਦੇ ਵਿੱਚ ਹੋਏਗਾ, ਇਸ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਮੈਟਰੋ ਵੈਨਕੂਵਰ ਦੇ ਡਰਾਈਵਰ ਤਿਆਰ ਹੋ ਜਾਣ, ਕਿਉਂਕਿ ਇਹਨਾਂ ਗਰਮੀਆਂ ਉਹਨਾਂ ਦੀ ਜੇਬ ਦੇ ਉੱਪਰ ਭਾਰੀ ਬੋਝ ਪੈਣ ਵਾਲਾ ਹੈ। ਗੈਸ ਦੀਆਂ ਵਧਦੀਆਂ ਕੀਮਤਾਂ ਇਹਨਾਂ ਡਰਾਈਵਰਸ ਦੇ ਲਈ ਐਕਸਪੈਂਸਿਵ ਸਮਰਸ ਲੈ ਕੇ ਆ ਰਹੀਆਂ ਨੇ। ਮਾਹਿਰਾਂ ਦੇ ਮੁਤਾਬਕ ਜਿਹੜੇ ਡਰਾਈਵਰ ਗੈਸੋਲੀਨ ਪਾਵਰਡ ਵਹੀਕਲ ਚਲਾਉਂਦੇ ਨੇ, ਉਹਨਾਂ ਨੂੰ 1 ਲੀਟਰ ਦੇ ਵਾਸਤੇ ਹੁਣ ਜ਼ਿਆਦਾ ਪੇ ਕਰਨਾ ਪਵੇਗਾ, ਜੋ ਕਿ ਕੁਝ ਮਹੀਨਿਆਂ ਦੌਰਾਨ ਹੋ ਸਕਦਾ ਹੈ। ਕੈਨੇਡੀਅਨਸ ਫਾਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮੈਕ ਦਾ ਕਹਿਣਾ ਹੈ ਕਿ ਹੁਣ ਜਿਹੜੇ ਡਰਾਈਵਰ ਨੇ ਉਹ ਤਿਆਰ ਹੋ ਜਾਣ, ਕਿਉਂਕਿ ਉਹਨਾਂ ਵਾਸਤੇ ਗਰਮੀਆਂ ਕਾਫੀ ਮਹਿੰਗੀਆਂ ਸਾਬਤ ਹੋਣਗੀਆਂ। ਮੰਗਲਵਾਰ ਨੂੰ ਮੈਟਰੋ ਵੈਨਕੂਵਰ ਦੇ ਵਿੱਚ 1 ਲੀਟਰ ਦੇ ਲਈ $1.63 ਦੀ ਕੀਮਤ ਰਹੀ। ਉਹਨਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਇਹ ਕੀਮਤ $1.65 ਹੋ ਸਕਦੀ ਹੈ, ਜੋ ਕਿ ਵੀਰਵਾਰ ਨੂੰ $1.66 ਹੋ ਜਾਵੇਗੀ। ਪਿਛਲੇ ਹਫ਼ਤਿਆਂ ਦੀ ਤੁਲਨਾ ਦੇ ਵਿੱਚ ਗੈਸ ਦੀਆਂ ਕੀਮਤਾਂ ਕਾਫੀ ਵਧ ਰਹੀਆਂ ਨੇ। ਜਾਣਕਾਰੀ ਦਿੱਤੀ ਗਈ ਹੈ ਕਿ 7 ਤੋਂ 8% ਦਾ ਵਾਧਾ ਫਲੂਇਡ ਕੈਟਾਲਿਟਿਕ ਕ੍ਰੈਕਰ ਟੁੱਟਣ ਦੇ ਕਾਰਨ ਹੋਇਆ ਹੈ। ਇਸ ਨੂੰ ਠੀਕ ਹੋਣ ਦੇ ਵਿੱਚ ਕੁਝ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਜਦੋਂ ਕਿਸੇ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਤੇ ਉਸ ਦੀ ਸਪਲਾਈ ਘੱਟ ਹੁੰਦੀ ਹੈ ਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ। ਦੱਸ ਦਈਏ ਕਿ ਗੈਸ ਬਡੀ ਵੱਲੋਂ ਇੱਕ US ਦੇ ਵਿੱਚ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ 2020 ਦੇ ਮੁਕਾਬਲੇ ਅਮਰੀਕਾ ਦੇ ਵਿੱਚ 57% ਅਮਰੀਕਨਸ ਅਜਿਹੇ ਨੇ ਜਿਹੜੇ ਗਰਮੀਆਂ ਦੇ ਵਿੱਚ ਰੋਡ ਟ੍ਰਿਪ ਦੇ ਉੱਪਰ ਜਾਣਾ ਚਾਹੁੰਦੇ ਨੇ। ਯਾਤਰਾ ਨੂੰ ਲੈ ਕੇ ਉਤਸ਼ਾਹ ਇਸ ਕਰਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਲੰਬੇ ਸਮੇਂ ਤੋਂ ਪਾਬੰਦੀਆਂ ਲਾਗੂ ਰਹੀਆਂ। ਨਾਰਥ ਅਮਰੀਕਾ ਦੇ ਵਿੱਚ ਮੈਟਰੋ ਵੈਨਕੂਵਰ ਅੰਦਰ ਸਭ ਤੋਂ ਵੱਧ ਗੈਸੋਲੀਨ ਪ੍ਰਾਈਸ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਗੈਸ ਦੀਆਂ ਵੱਧ ਕੀਮਤਾਂ ਤੋਂ ਬਾਅਦ ਜਿਹੜੇ ਡਰਾਈਵਰਸ ਨੇ ਉਹ ਇਲੈਕਟ੍ਰਿਕ ਵਹੀਕਲਸ ਦੇ ਉੱਪਰ ਸ਼ਿਫਟ ਹੋ ਸਕਦੇ ਨੇ। ਵੈਨਕੂਵਰ 에ਅਰਪੋਰਟ ਵੱਲੋਂ ਇੱਕ ਵਿਅਕਤੀ ਨੂੰ ਹਾਇਰ ਕੀਤਾ ਗਿਆ ਤਾਂ ਕਿ ਜੋ ਇੱਥੇ ਵੱਧ ਖਰਗੋਸ਼ਾਂ ਦੀ ਆਬਾਦੀ ਹੈ ਉਸ ਨੂੰ ਕੰਟਰੋਲ ਦੇ ਵਿੱਚ ਕੀਤਾ ਜਾਵੇ। ਇਹ ਜੋ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਸੰਸਥਾ ਨੇ ਇਸ ਦੀ ਨਿੰਦਾ ਕੀਤੀ ਹੈ। ਉਹਨਾਂ ਵੱਲੋਂ ਇਸ ਨੂੰ ਗਲਤ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਖਰਗੋਸ਼ ਕਾਫੀ ਜ਼ਿਆਦਾ ਮਿਲਣਸਾਰ ਹੁੰਦੇ ਨੇ, ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਤੇ ਦੂਜੇ ਪਾਸੇ 에ਅਰਪੋਰਟ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ। ਵੈਨਕੂਵਰ 에ਅਰਪੋਰਟ ਵੱਲੋਂ ਖਰਗੋਸ਼ਾਂ ਨੂੰ ਮਾਰਨ ਦੇ ਵਾਸਤੇ ਕਿਸੇ ਵਿਅਕਤੀ ਨੂੰ ਹਾਇਰ ਕੀਤਾ ਗਿਆ ਹੈ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਜੋ ਹੋਟਲ ਮੌਜੂਦ ਹੈ, ਉੱਥੇ ਕੁਝ ਹਫ਼ਤਿਆਂ ਤੋਂ ਇੱਕ ਵਿਅਕਤੀ ਜਿਸ ਦੇ ਕੋਲ ਐਕਟਿਵ ਫਾਇਰਆਰਮ ਹੈ, ਉਸ ਵਿਅਕਤੀ ਵੱਲੋਂ ਖਰਗੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ 에ਅਰਪੋਰਟ EMPLOYE ਤੋਂ ਜਦੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹ ਖੁਦ ਪਾਰਕਿੰਗ ਲਾਟ ਦੇ ਵਿੱਚ ਵਿਅਕਤੀ ਨੂੰ ਰਾਈਫਲ ਦੇ ਨਾਲ ਦੇਖ ਕੇ ਡਰ ਗਈ। ਰੈਬਿਟੇਟਸ ਰੈਸਕਿਊ ਸੁਸਾਇਟੀ ਵੱਲੋਂ ਇਸ ਨੂੰ ਗਲਤ ਦੱਸਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਖਰਗੋਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਉਹ ਬਹੁਤ ਫ੍ਰੈਂਡਲੀ ਹੁੰਦੇ ਹਨ ਤੇ ਜੋ ਖਰਗੋਸ਼ਾਂ ਦੇ ਨਾਲ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਨਵੰਬਰ 2019 ਨੂੰ YVR ਨੂੰ ਖਰਗੋਸ਼ਾਂ ਨੂੰ ਰੀਲੋਕੇਟ ਕਰਨ ਦੀ ਅਪੀਲ ਕੀਤੀ ਗਈ ਸੀ, ਕਿਉਂਕਿ ਇੱਥੇ ਖਰਗੋਸ਼ਾਂ ਦੀ ਜੋ ਆਬਾਦੀ ਹੈ ਉਹ ਆਊਟ ਆਫ ਕੰਟਰੋਲ ਹੋ ਚੁੱਕੀ ਸੀ, ਜਿਸ ਤੋਂ ਬਾਅਦ ਸੰਸਥਾ ਵੱਲੋਂ ਅਜਿਹਾ ਕਿਹਾ ਗਿਆ। ਜਦੋਂ ਇਸ ਦੇ ਬਾਰੇ ਵਿੱਚ 에ਅਰਪੋਰਟ ਆਫੀਸ਼ੀਅਲਸ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸੁਰੱਖਿਅਤ 에ਅਰਕ੍ਰਾਫਟ ਆਪਰੇਸ਼ਨ ਦੇ ਵਾਸਤੇ ਕਮਿਟਡ ਹਾਂ। ਕੈਨੇਡਾ ਵੱਲੋਂ ਆਪਣੇ ਨਵੇਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ 1000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ ਜੋ PNP ਸਪੈਸੀਫਿਕ ਡਰਾਅ ਕੱਢਿਆ ਗਿਆ ਸੀ ਉਸ ਦੇ ਵਿੱਚ 940 ਦੇ ਕਰੀਬ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ। ਕੈਨੇਡਾ ਵੱਲੋਂ ਨਵੇਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਤਹਿਤ 1002 PNP ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਸ ਡਰਾਅ ਦੇ ਤਹਿਤ ਸੱਦੇ ਜਾਰੀ ਕੀਤੇ ਗਏ ਉਹਨਾਂ ਨੂੰ ਪਹਿਲਾਂ ਹੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਲਈ ਨੋਮੀਨੇਸ਼ਨ ਦਿੱਤੇ ਜਾ ਚੁੱਕੇ ਨੇ। ਇਸ ਕਰਕੇ ਡਰਾਅ ਦੇ ਵਾਸਤੇ ਸਕੋਰ ਕੱਟ ਆਫ 742 ਦਾ ਰਿਹਾ। ਇਸ ਤੋਂ ਪਹਿਲਾਂ ਜੋ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਵਿੱਚ 940 PNP ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ।
ਪਿਛਲੇ ਡਰਾਅ ਦੇ ਵਿੱਚ ਸਕੋਰ ਰਿਕੁਆਇਰਮੈਂਟ 711 ਪੁਆਇੰਟ ਦੀ ਸੀ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਦੌਰਾਨ ਵੀ ਲਗਾਤਾਰ ਪੀਐਨਪੀ ਅਤੇ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਦਾ ਟੀਚਾ ਇਸ ਸਾਲ ਦੇ ਲਈ ਤੈਅ ਕੀਤਾ ਗਿਆ ਹੈ, ਉਸ ਦੇ ਮੁਤਾਬਕ ਐਕਸਪ੍ਰੈਸ ਐਂਟਰੀ ਮੈਨੇਜਡ ਪ੍ਰੋਗਰਾਮ ਦੇ ਜ਼ਰੀਏ 1,08,500 ਉਮੀਦਵਾਰਾਂ ਦਾ ਸਵਾਗਤ ਕੀਤਾ ਜਾਵੇਗਾ। ਫਰਵਰੀ 13 ਨੂੰ ਸਭ ਤੋਂ ਵੱਡੇ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ। ਇਸ ਡਰਾਅ ਦੇ ਵਿੱਚ ਇੱਕੋ ਵਾਰ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ। ਹੁਣ ਜੋ ਪੀਐਨਪੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ, ਉਸ ਦੇ ਤਹਿਤ 1002 ਪੀਐਨਪੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਅਤੇ ਉਹਨਾਂ ਦੀ ਸੀਆਰਐਸ ਰਿਕੁਆਇਰਮੈਂਟ 742 ਰਹੀ। ਸਰੀ ਨਿਊਟਨ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ, ਜਿੱਥੇ ਦੋ ਵਾਹਨ ਆਪਸ ਦੇ ਵਿੱਚ ਟਕਰਾ ਗਏ। ਇਸ ਦੌਰਾਨ 71 ਸਾਲਾ ਜੋ ਔਰਤ ਪੈਦਲ ਜਾ ਰਹੀ ਸੀ, ਉਸ ਨੂੰ ਸੱਟਾਂ ਆਈਆਂ ਨੇ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਕ ਇਸ ਔਰਤ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਜਾਣੀ ਆਰਸੀਐਮਪੀ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਿਊਟਨ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਦੋ ਵਾਹਨ ਆਪਸ ਦੇ ਵਿੱਚ ਟਕਰਾ ਗਏ। ਇਸ ਹਾਦਸੇ ਦੇ ਕਾਰਨ ਇੱਕ 71 ਸਾਲਾ ਪੈਦਲ ਯਾਤਰੀ ਜ਼ਖਮੀ ਹੋ ਗਿਆ। ਸਰੀ ਆਰਸੀਐਮਪੀ ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਇੱਕ ਔਰਤ ਜਿਸ ਦੀ ਉਮਰ 71 ਸਾਲ ਦੇ ਕਰੀਬ ਹੈ, ਉਹ ਇਸ ਹਾਦਸੇ ਦੇ ਕਾਰਨ ਗੰਭੀਰ ਜ਼ਖਮੀ ਹੋਈ ਹੈ। ਇਸ ਔਰਤ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਗਈ। ਜਾਣਕਾਰੀ ਦੇ ਮੁਤਾਬਕ ਨਿਊਟਨ ਦੇ ਵਿੱਚ ਜੋ ਹਾਦਸਾ ਵਾਪਰਿਆ, ਇਸ ਦੌਰਾਨ ਦੋ ਵਾਹਨ ਫੋਰਡ ਟ੍ਰਾਂਜ਼ਿਟ ਵੈਨ ਅਤੇ ਆਡੀ Q5 SUV ਆਪਸ ਦੇ ਵਿੱਚ ਟਕਰਾ ਗਏ। ਹਾਦਸਾ ਵਾਪਰਨ ਤੋਂ ਬਾਅਦ ਖੇਤਰ ਦੇ ਵਿੱਚ ਪਾਵਰ ਆਊਟੇਜ ਵੀ ਦੇਖਣ ਨੂੰ ਮਿਲੀ। ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਤੋਂ ਬਾਅਦ 1 ਘੰਟੇ ਦੇ ਲਈ ਰਸਤਾ ਬੰਦ ਕਰ ਦਿੱਤਾ ਗਿਆ। ਇਸ ਰਸਤੇ ਦੇ ਉੱਪਰ ਚਾਰਾਂ ਦਿਸ਼ਾ ਤੋਂ ਆਉਣ ਵਾਲੀ ਆਵਾਜਾਈ ਨੂੰ 1 ਘੰਟੇ ਦੇ ਲਈ ਰੋਕਿਆ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਦਾ ਇਹੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ ਡੈਲਟਾ ਵੇਰੀਐਂਟ ਦੇ ਉੱਪਰ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਡਾਕਟਰ ਫਾਊਚੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਹੁਣ ਇਸ ਵੇਰੀਐਂਟ ਦੇ ਨਾਲ ਸੰਬੰਧਿਤ ਕਈ ਮਾਮਲੇ ਸਾਹਮਣੇ ਆ ਰਹੇ ਨੇ। ਜਿਨ੍ਹਾਂ ਅਮਰੀਕਨਸ ਵੱਲੋਂ ਅਜੇ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ, ਉਹਨਾਂ ਦੇ ਉੱਪਰ ਇਸ ਵੇਰੀਐਂਟ ਦਾ ਵੱਧ ਖਤਰਾ ਹੈ। ਭਾਰਤ ਦੇ ਵਿੱਚ ਜੋ ਕੋਰੋਨਾ ਦਾ ਨਵਾਂ ਰੂਪ ਜਾਣੀ ਕਿ ਡੈਲਟਾ ਵੇਰੀਐਂਟ ਪਾਇਆ ਗਿਆ, ਇਸ ਦਾ ਫੈਲਾਅ ਅਮਰੀਕਾ ਦੇ ਵਿੱਚ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਇਨਫੈਕਸ਼ੀਅਸ ਡਿਜ਼ੀਜ਼ ਮਾਡਲਰਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਵਾਧਾ ਹੋ ਸਕਦਾ ਹੈ। ਇਸ ਡੈਲਟਾ ਵੇਰੀਐਂਟ ਦੇ ਬਾਰੇ ਵਿੱਚ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ ਹਰ 5 ਇਨਫੈਕਸ਼ਨਸ ਦੇ ਵਿੱਚੋਂ ਇੱਕ ਡੈਲਟਾ ਵੇਰੀਐਂਟ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਨੈਸ਼ਨਲ ਸਕੂਲ ਆਫ ਟ੍ਰੋਪੀਕਲ ਮੈਡੀਸਿਨ ਐਟ ਬਾਇਲਰ ਕਾਲਜ ਆਫ ਮੈਡੀਸਿਨ ਦੇ ਡੀਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਵੇਰੀਐਂਟ ਸਭ ਤੋਂ ਵੱਧ ਤੇਜ਼ੀ ਦੇ ਨਾਲ ਫੈਲਦਾ ਹੈ। ਉਹਨਾਂ ਕਿਹਾ ਕਿ ਅਸੀਂ ਦੇਖਿਆ ਹੈ ਕਿ ਯੂਕੇ ਦੇ ਵਿੱਚ ਕੀ ਹੋਇਆ। ਕੋਰੋਨਾ ਵੇਰੀਐਂਟ ਵੱਲੋਂ ਪੂਰੇ ਹੀ ਯੂਕੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਗਿਆ, ਜਿਸ ਕਰਕੇ ਹੁਣ ਅਮਰੀਕਾ ਦੇ ਲਈ ਵੀ ਉਹਨਾਂ ਦੀ ਚਿੰਤਾ ਵੱਧ ਰਹੀ ਹੈ। CDC ਵੱਲੋਂ ਇਸ ਵੇਰੀਐਂਟ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ 10% ਕੋਰੋਨਾ ਮਾਮਲਿਆਂ ਦੇ ਵਾਸਤੇ ਡੈਲਟਾ ਵੇਰੀਐਂਟ ਜ਼ਿੰਮੇਵਾਰ ਹੈ। ਹੁਣ ਇਸ ਵੇਰੀਐਂਟ ਦੇ ਬਾਰੇ ਵਿੱਚ ਟਾਪ ਇਨਫੈਕਸ਼ੀਅਸ ਡਿਜ਼ੀਜ਼ ਫਿਜ਼ੀਸ਼ੀਅਨ ਡਾਕਟਰ ਫਾਊਚੀ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਡਾਕਟਰ ਫਾਊਚੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ 20.6% ਆਈਸੋਲੇਟਸ ਡੈਲਟਾ ਦੇ ਸਨ। ਹਰ 2 ਹਫ਼ਤਿਆਂ ਦੇ ਵਿੱਚ ਇਹ ਅੰਕੜਾ ਦੁੱਗਣਾ ਹੋ ਰਿਹਾ ਹੈ, ਕਿਉਂਕਿ ਇਹ ਵੇਰੀਐਂਟ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਕਰਕੇ ਵੈਕਸੀਨੇਸ਼ਨ ਤੇਜ਼ ਹੋਣ ਦੇ ਕਾਰਨ ਵੀ ਇਸ ਦਾ ਆਊਟਬ੍ਰੇਕ ਦੇਖਣ ਦੇ ਵਿੱਚ ਆ ਰਿਹਾ ਹੈ। ਅਮਰੀਕਾ ਦੇ ਵਿੱਚ ਜਿਨ੍ਹਾਂ ਵੱਲੋਂ ਅਜੇ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ, ਉਹਨਾਂ ਦੇ ਵਾਸਤੇ ਇਹ ਡੈਲਟਾ ਵੇਰੀਐਂਟ ਇੱਕ ਖਤਰਾ ਬਣ ਸਕਦਾ ਹੈ। ਡੈਲਟਾ ਵੇਰੀਐਂਟ ਦੇ ਬਾਰੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਲਫਾ ਵੇਰੀਐਂਟ ਦੇ ਮੁਕਾਬਲੇ ਇਹ 60% ਵੱਧ ਤੇਜ਼ੀ ਦੇ ਨਾਲ ਫੈਲਦਾ ਹੈ। ਅਮਰੀਕਾ ਦੇ ਵਿੱਚ ਚਾਹੇ ਵੈਕਸੀਨੇਸ਼ਨ ਰੇਟ ਤੇਜ਼ ਹੈ, ਪਰ ਫਿਰ ਵੀ ਇਸ ਵੇਰੀਐਂਟ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਵਾਈਟ ਹਾਊਸ ਦੀ ਬਰੀਫਿੰਗ ਦੌਰਾਨ ਡਾਕਟਰ ਫਾਊਚੀ ਵੱਲੋਂ ਕਿਹਾ ਗਿਆ ਹੈ ਕਿ ਡੈਲਟਾ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਰਾਹ ਦੇ ਵਿੱਚ ਇੱਕ ਵੱਡਾ ਖਤਰਾ ਬਣ ਸਕਦਾ ਹੈ। ਮੈਨੀਟੋਬਾ ਵੱਲੋਂ ਜੋ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਆਪਣਾ ਟੀਚਾ ਮਿੱਥਿਆ ਗਿਆ ਸੀ, ਉਸ ਨੂੰ ਪੂਰਾ ਕਰ ਲਿਆ ਗਿਆ ਹੈ। ਟਾਰਗੇਟ ਪੂਰਾ ਹੋਣ ਤੋਂ ਬਾਅਦ ਹੁਣ ਸ਼ਨੀਵਾਰ ਤੋਂ ਮੈਨੀਟੋਬਾ ਵਾਸੀਆਂ ਨੂੰ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਜੋ ਚੀਜ਼ਾਂ ਬੰਦ ਪਈਆਂ ਨੇ, ਕਾਰੋਬਾਰ ਬੰਦ ਪਏ ਨੇ, ਉਹਨਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਮੈਨੀਟੋਬਾ ਦੇ ਵਿੱਚ ਸ਼ਨੀਵਾਰ ਨੂੰ ਕਿਹੜੀਆਂ ਚੀਜ਼ਾਂ ਕਿੰਨੀ ਕੈਪੈਸਿਟੀ ਦੇ ਨਾਲ ਖੁੱਲ੍ਹਣ ਜਾ ਰਹੀਆਂ ਨੇ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ।
ਮੈਨੀਟੋਬਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਸ਼ਨੀਵਾਰ ਨੂੰ ਇਹਨਾਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਮੈਨੀਟੋਬਾ ਦੇ ਵਿੱਚ ਹੇਅਰ ਸੈਲੂਨ, ਜਿਮ, ਰੈਸਟੋਰੈਂਟ ਖੁੱਲ੍ਹਣ ਜਾ ਰਹੇ ਨੇ। ਮੈਨੀਟੋਬਾ ਦੇ ਵਿੱਚ ਲੰਬੇ ਸਮੇਂ ਤੋਂ ਹੇਅਰ ਸੈਲੂਨ ਅਤੇ ਜਿਮ ਬੰਦ ਪਏ ਸਨ ਤੇ ਹੁਣ ਇਹਨਾਂ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਜਿਹੜੇ ਮੈਨੀਟੋਬਾ ਵਾਸੀਆਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲਏ ਗਏ ਨੇ, ਉਹ ਹੁਣ ਆਪਣੀ ਆਜ਼ਾਦੀ ਫਿਰ ਤੋਂ ਮਾਣ ਸਕਣਗੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮੈਨੀਟੋਬਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਇੱਕ ਟਾਰਗੇਟ ਤੈਅ ਕੀਤਾ ਗਿਆ ਸੀ, ਜਿੱਥੇ ਕਿਹਾ ਗਿਆ ਕਿ 70% ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 25% ਨੂੰ 2 ਡੋਜ਼ ਲੱਗਣ ਤੋਂ ਬਾਅਦ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਨੀਵਾਰ ਤੋਂ ਹੁਣ ਹੇਅਰ ਸੈਲੂਨ, ਫਿਟਨੈਸ ਸੈਂਟਰ, ਸਵਿਮਿੰਗ ਪੂਲ, ਰੈਸਟੋਰੈਂਟ ਮੁੜ ਤੋਂ ਖੋਲ੍ਹੇ ਜਾ ਸਕਣਗੇ। ਜਿਹੜੇ ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਦੋਨੋਂ ਡੋਜ਼ ਲੱਗ ਚੁੱਕੀ ਹੈ, ਇੰਡੋਰ ਡਾਈਨਿੰਗ ਦੇ ਵਿੱਚ ਸ਼ਾਮਲ ਹੋ ਸਕਣਗੇ। ਫੁੱਲੀ ਵੈਕਸੀਨੇਟਡ ਆਪਣੇ ਲਵਡ ਵਨਸ ਨੂੰ ਵੀ ਮਿਲ ਸਕਣਗੇ। ਇੰਨਾ ਹੀ ਨਹੀਂ, ਉਹਨਾਂ ਨੂੰ ਵੱਡੇ ਪੱਧਰ ਦੇ ਉੱਪਰ ਆਊਟਡੋਰ ਸਪੋਰਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਵੀ ਇਜਾਜ਼ਤ ਹੋਵੇਗੀ। ਪ੍ਰੋਵਿੰਸ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਮੈਨੀਟੋਬਾ ਵਾਸੀ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲਏ ਗਏ ਨੇ, ਉਹ ਕੈਨੇਡਾ ਦੇ ਵਿੱਚ ਕਿਤੇ ਵੀ ਯਾਤਰਾ ਕਰ ਸਕਦੇ ਨੇ ਤੇ ਉਹਨਾਂ ਨੂੰ ਸੈਲਫ ਆਈਸੋਲੇਟ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਪ੍ਰਾਈਵੇਟ ਪ੍ਰਾਪਰਟੀ ਆਊਟਡੋਰ ਗੈਦਰਿੰਗ ਦੇ ਵਿੱਚ 10 ਜਾਣੇ ਸ਼ਾਮਿਲ ਹੋ ਸਕਣਗੇ। ਆਊਟਡੋਰ ਗੈਦਰਿੰਗ ਦੇ ਵਿੱਚ 25 ਜਾਣਿਆਂ ਦੀ ਇਕੱਠ ਦੀ ਇਜਾਜ਼ਤ ਹੋਵੇਗੀ। ਹੇਅਰ ਸੈਲੂਨ 50% ਕੈਪੈਸਿਟੀ ਦੇ ਨਾਲ ਖੋਲ੍ਹੇ ਜਾ ਸਕਣਗੇ, ਪਰ ਇਸ ਦੇ ਲਈ ਅਪਾਇੰਟਮੈਂਟ ਲੈਣੀ ਪਵੇਗੀ। ਰੀਕ੍ਰੀਏਸ਼ਨ ਐਕਟੀਵਿਟੀ, ਸਪੋਰਟ, ਡਾਂਸ, ਮਿਊਜ਼ਿਕ ਅਤੇ ਥੀਏਟਰ ਕਲਾਸਿਸ 25% ਕੈਪੈਸਿਟੀ ਦੇ ਨਾਲ ਮੁੜ ਖੋਲ੍ਹੀਆਂ ਜਾਣਗੀਆਂ। ਰੀਟੇਲ ਬਿਜ਼ਨਸ ਦੀ ਵਾਸਤੇ ਕੈਪੈਸਿਟੀ 25% ਤੱਕ ਵਧਾ ਦਿੱਤੀ ਗਈ ਹੈ। ਰੈਸਟੋਰੈਂਟ ਅਤੇ ਬਾਰ ਵੀ 25% ਕੈਪੈਸਿਟੀ ਦੇ ਨਾਲ ਖੋਲ੍ਹੇ ਜਾ ਸਕਣਗੇ। ਆਊਟਡੋਰ ਦੇ ਵਾਸਤੇ 50% ਦੀ ਕੈਪੈਸਿਟੀ ਹੋ ਸਕਦੀ ਹੈ। ਆਊਟਡੋਰ ਡਾਈਨਿੰਗ ਦੇ ਵਿੱਚ ਟੇਬਲ ਦੇ ਉੱਪਰ 8 ਜਾਣਿਆਂ ਦੇ ਬੈਠਣ ਦੀ ਆਗਿਆ ਦਿੱਤੀ ਗਈ ਹੈ। ਆਊਟਡੋਰ ਵੈਡਿੰਗਸ ਅਤੇ ਫਿਊਨਰਲ ਦੇ ਵਿੱਚ 25 ਜਾਣੇ ਸ਼ਾਮਲ ਹੋ ਸਕਦੇ ਨੇ, ਜਦਕਿ ਇੰਡੋਰ ਵੈਡਿੰਗ ਅਤੇ ਫਿਊਨਰਲ ਦੇ ਵਿੱਚ 10 ਜਾਣਿਆਂ ਦੀ ਇਜਾਜ਼ਤ ਹੋਵੇਗੀ। ਸਮਰ ਡੇ ਕੈਂਪ ਦੇ ਵਿੱਚ 20 ਜਾਣਿਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਓਨਟਾਰੀਓ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ 583 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਉਮੀਦਵਾਰ ਉਹ ਸਨ ਜਿਨ੍ਹਾਂ ਦੇ ਕੋਲ 10 ਆਕਿਊਪੇਸ਼ਨਸ ਦੇ ਤਹਿਤ ਕੰਮ ਦਾ ਤਜਰਬਾ ਸੀ। ਓਨਟਾਰੀਓ ਵੱਲੋਂ ਆਪਣੀ PNP ਡਰਾਅ ਦੇ ਤਹਿਤ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ 10 ਪ੍ਰਾਇਓਰਿਟੀ ਆਕਿਊਪੇਸ਼ਨਸ ਦੇ ਅਧੀਨ ਸੱਦੇ ਜਾਰੀ ਕੀਤੇ ਗਏ। ਓਨਟਾਰੀਓ ਵੱਲੋਂ 583 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਉਹਨਾਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਜਿਨ੍ਹਾਂ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਸੀ। ਇਸ ਡਰਾਅ ਦੇ ਵਿੱਚ ਉਮੀਦਵਾਰਾਂ ਨੂੰ 464 ਤੋਂ 467 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੀ ਜ਼ਰੂਰਤ ਸੀ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਨੇ ਜਿਹੜੇ ਕਿ ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰਾਇਓਰਿਟੀ ਸਟਰੀਮ ਦੇ ਅਧੀਨ ਐਲੀਜੀਬਲ ਹੁੰਦੇ ਹਨ। ਜਿਹੜੇ 10 ਆਕਿਊਪੇਸ਼ਨ ਦੇ ਜ਼ਰੀਏ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ, ਉਹ ਕਿੱਤੇ ਕੁਝ ਇਸ ਤਰ੍ਹਾਂ ਨੇ: ਬੈਂਕਿੰਗ, ਕ੍ਰੈਡਿਟ ਐਂਡ ਅਦਰ ਇਨਵੈਸਟਮੈਂਟ ਮੈਨੇਜਰ, ਐਡਵਰਟਾਈਜ਼ਿੰਗ, ਮਾਰਕੀਟਿੰਗ ਐਂਡ ਪਬਲਿਕ ਰਿਲੇਸ਼ਨਸ ਮੈਨੇਜਰ, ਅਦਰ ਬਿਜ਼ਨਸ ਸਰਵਿਸਿਜ਼ ਮੈਨੇਜਰਸ, ਕਾਰਪੋਰੇਟ ਸੇਲਸ ਮੈਨੇਜਰ, ਫਾਈਨੈਂਸ਼ੀਅਲ ਆਡੀਟਰਸ ਐਂਡ ਅਕਾਊਂਟੈਂਟਸ, financial and investment analyst, human resources professionals, professional occupations in business management consulting, registered nurses, business development officers and marketing researchers and consultants। ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ, ਉਹਨਾਂ ਕੋਲ ਇਹਨਾਂ ਕੰਮਾਂ ਦਾ ਘੱਟੋ-ਘੱਟ 1 ਸਾਲ ਦਾ ਤਜਰਬਾ ਜਾਣੀ ਕਿ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਸੀ। ਕੋਰੋਨਾ ਵਾਇਰਸ ਦੇ ਦੌਰਾਨ ਵੀ ਕਰਮਚਾਰੀਆਂ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਸੀ। ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਕੋਰੋਨਾ ਵਾਇਰਸ ਦਾ ਪ੍ਰਭਾਵ ਪਿਆ ਹੈ। ਬਹੁਤ ਸਾਰੇ ਅਜਿਹੇ EMPLOYEES ਨੇ ਜਿਹੜੇ ਲਗਾਤਾਰ ਕੰਮ ਕਰਨ ਤੋਂ ਬਾਅਦ ਕਾਫੀ ਸਟ੍ਰੈਸਡ ਮਹਿਸੂਸ ਕਰ ਰਹੇ ਨੇ। ਬੰਬਲ ਵੱਲੋਂ ਇੱਕ ਖਾਸ ਕਦਮ ਚੁੱਕਿਆ ਗਿਆ ਹੈ। ਕੰਪਨੀ ਵੱਲੋਂ ਆਪਣੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਪੇਡ ਵਕੇਸ਼ਨ ਦੇ ਉੱਪਰ ਭੇਜਿਆ ਗਿਆ ਹੈ ਤਾਂ ਕਿ ਉਹਨਾਂ ਦੇ EMPLOYEE ਥੋੜਾ ਰਿਲੈਕਸ ਹੋ ਕੇ ਵਾਪਸ ਆ ਸਕਣ। ਬੰਬਲ ਵੱਲੋਂ ਆਪਣੇ ਕਰਮਚਾਰੀਆਂ ਦੇ ਲਈ ਇੱਕ ਖਾਸ ਕਦਮ ਚੁੱਕਿਆ ਗਿਆ ਹੈ, ਜਿੱਥੇ ਉਹਨਾਂ ਵੱਲੋਂ ਆਪਣੇ ਸਟਾਫ ਨੂੰ ਪੇਡ ਵਕੇਸ਼ਨ ਦੇ ਉੱਪਰ ਭੇਜਿਆ ਗਿਆ। ਅਮਰੀਕਾ ਦੀ ਟੈਕ ਕੰਪਨੀ ਵੱਲੋਂ ਆਪਣੇ ਪੂਰੇ ਸਟਾਫ ਨੂੰ 1 ਹਫ਼ਤੇ ਦੀ ਪੇਡ ਵਕੇਸ਼ਨ ਦੇ ਉੱਪਰ ਭੇਜਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਸਟਾਫ ਥੋੜਾ ਰਿਲੈਕਸ ਹੋ ਕੇ ਆਵੇ, ਕਿਉਂਕਿ ਹੁਣ ਕੋਰੋਨਾ ਵਾਇਰਸ ਦੇ ਦੌਰਾਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਦਾ ਸਟਾਫ ਥੋੜਾ ਰਿਲੈਕਸ ਹੋ ਕੇ ਵਾਪਸ ਆਵੇ। ਪੈਂਡੈਮਿਕ ਦੇ ਦੌਰਾਨ ਵੀ ਐਸੈਂਸ਼ੀਅਲ ਵਰਕਰਸ ਵੱਲੋਂ ਲਗਾਤਾਰ ਆਪਣਾ ਕੰਮ ਕੀਤਾ ਜਾ ਰਿਹਾ ਸੀ।
ਕੋਰੋਨਾ ਵਾਇਰਸ ਦੇ ਦੌਰਾਨ ਕਰਮਚਾਰੀਆਂ ਵੱਲੋਂ ਜੋ ਆਪਣਾ ਕੰਮ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਸੀ, ਉਸ ਦੇ ਕਾਰਨ ਉਹਨਾਂ ਦੇ ਅੰਦਰ ਸਟ੍ਰੈਸ ਵੀ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਇੱਕ ਸਰਵੇ ਵੀ ਕਰਵਾਇਆ ਗਿਆ ਸੀ। ਇਹ ਸਰਵਿਸ ਅੰਗਸ ਟ੍ਰੇਡ ਗਰੁੱਪ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਪਤਾ ਚੱਲਿਆ ਕਿ 1/3 ਵਰਕਰਸ ਅਜਿਹੇ ਨੇ ਜਿਨ੍ਹਾਂ ਦੀ ਐਗਜ਼ੌਸ਼ਨ ਉਹਨਾਂ ਦੇ ਕੰਮ ਦੇ ਉੱਪਰ ਪ੍ਰਭਾਵ ਪਾ ਸਕਦੀ ਹੈ। ਅਜਿਹੇ ਕਈ ਸਮਾਲ ਅਤੇ ਮੀਡੀਅਮ ਸਾਈਜ਼ਡ ਕਾਰੋਬਾਰ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ EMPLOYEE ਬਰਨਆਊਟ ਉਹਨਾਂ ਦੀ ਬਾਟਮ ਲਾਈਨ ਨੂੰ ਹਿੱਟ ਕਰ ਸਕਦੇ ਨੇ। ਇਸ ਸਾਲ ਦੇ ਸ਼ੁਰੂ ਦੇ ਵਿੱਚ ਰਾਇਲ ਬੈਂਕ ਆਫ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 2021 ਦੇ ਵਿੱਚ ਉਹ ਆਪਣੇ ਸਟਾਫ ਨੂੰ ਇੱਕ ਹੋਰ ਐਕਸਟਰਾ ਡੇ ਆਫ ਦੇਣਗੇ। ਕੋਰੋਨਾ ਵਾਇਰਸ ਦਾ ਪ੍ਰਭਾਵ ਮੈਂਟਲ ਹੈਲਥ ਦੇ ਉੱਪਰ ਵੀ ਪੈਂਦਾ ਹੈ। ਕਰਮਚਾਰੀ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਣ, ਇਸ ਕਰਕੇ ਉਹਨਾਂ ਦੇ ਲਈ ਖਾਸ ਕਦਮ ਚੁੱਕੇ ਜਾ ਰਹੇ ਨੇ। ਮਾਰਚ ਮਹੀਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹਾਫ ਕੈਨੇਡੀਅਨਸ ਜਾਣੀ ਕਿ 47% ਕੈਨੇਡੀਅਨਸ ਅਜਿਹੇ ਨੇ ਜਿਨ੍ਹਾਂ ਵੱਲੋਂ ਐਗਜ਼ੌਸਟਡ ਫੀਲ ਕੀਤਾ ਜਾ ਰਿਹਾ ਹੈ। 51% ਕੈਨੇਡੀਅਨਸ ਅਜਿਹੇ ਵੀ ਸਨ ਜਿਨ੍ਹਾਂ ਨੂੰ ਸਟ੍ਰੈਸ ਵੀ ਫੀਲ ਹੋ ਰਿਹਾ ਸੀ। ਸਰੀ ਦੇ ਵਿੱਚ ਵੈਕਸੀਨੇਸ਼ਨ ਕਿੰਨੀ ਹੋ ਚੁੱਕੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਰੀ ਦੇ ਵਿੱਚ 80% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। ਕਿਸ ਖੇਤਰ ਦੇ ਵਿੱਚ ਕਿੰਨੀ ਵੈਕਸੀਨੇਸ਼ਨ ਹੋਈ ਹੈ, ਕਿਸ ਉਮਰ ਵਰਗ ਦੇ ਵਿੱਚ ਕਿੰਨੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਟੀਕਾ ਲੱਗ ਚੁੱਕਿਆ ਹੈ, ਇਸ ਦੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਸਰੀ ਦੇ ਵਿੱਚ 80% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਡੋਜ਼ ਲੱਗ ਚੁੱਕੀ ਹੈ। ਹੈਲਥ ਮਿਨਿਸਟਰ ਵੱਲੋਂ ਇਸ ਨੂੰ ਇੱਕ ਵੱਡੀ ਉਪਲਬਧੀ ਦੱਸਿਆ ਗਿਆ ਹੈ। BCCDC ਦੇ ਵੀਕਲੀ ਡਾਟਾ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੁਲਾਈ 21 ਤੋਂ ਜਿਨ੍ਹਾਂ ਦੀ ਉਮਰ 18 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਦੇ ਲਈ ਵੈਕਸੀਨੇਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਗਈ ਹੈ। ਨਾਰਥ ਸਰੀ ਦੇ ਵਿੱਚ 75%, ਵੈਲੀ ਦੇ ਵਿੱਚ 80%, ਗਿਲਡਫੋਰਡ ਦੇ ਵਿੱਚ 78%, ਵੈਸਟ ਨਿਊਟਨ ਦੇ ਵਿੱਚ 82%, ਈਸਟ ਨਿਊਟਨ ਦੇ ਵਿੱਚ 82%, ਫਲੀਟਵੁੱਡ ਦੇ ਵਿੱਚ 83%, ਕਲੋਵਰਡੇਲ ਦੇ ਵਿੱਚ 81%, ਪੈਨੋਰਾਮਾ ਦੇ ਵਿੱਚ 84% ਅਤੇ ਸਾਊਥ ਸਰੀ ਦੇ ਵਿੱਚ 82% ਦੀ ਆਬਾਦੀ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ। ਜਾਣਕਾਰੀ ਦੇ ਮੁਤਾਬਕ 81% ਆਬਾਦੀ ਅਜਿਹੀ ਹੈ ਜਿਨ੍ਹਾਂ ਦੀ ਉਮਰ 18 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਜੁਲਾਈ 21 ਤੋਂ ਵੈਕਸੀਨੇਸ਼ਨ ਦੇ ਵਿੱਚ ਤੇਜ਼ੀ ਆਈ ਹੈ। ਇਸ ਦੇ ਤਹਿਤ ਨਾਰਥ ਸਰੀ ਦੇ ਵਿੱਚ 74%, ਵੈਲੀ ਦੇ ਵਿੱਚ 78%, ਗਿਲਡਫੋਰਡ ਦੇ ਵਿੱਚ 76%, ਵੈਸਟ ਨਿਊਟਨ ਦੇ ਵਿੱਚ 79%, ਈਸਟ ਨਿਊਟਨ ਦੇ ਵਿੱਚ 80%, ਫਲੀਟਵੁੱਡ ਦੇ ਵਿੱਚ 81%, ਕਲੋਵਰਡੇਲ ਦੇ ਵਿੱਚ 80%, ਪੈਨੋਰਾਮਾ ਦੇ ਵਿੱਚ 82% ਅਤੇ ਸਾਊਥ ਸਰੀ ਦੇ ਵਿੱਚ 81% ਦੀ ਕੋਵਿਡ-19 ਵੈਕਸੀਨ ਡੋਜ਼ ਲੱਗ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ 79% ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ। 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਜੂਨ 21 ਤੋਂ ਵੈਕਸੀਨੇਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਗਈ। ਇਸ ਦੇ ਤਹਿਤ ਨਾਰਥ ਸਰੀ ਦੇ ਵਿੱਚ 82%, ਵੈਲੀ ਦੇ ਵਿੱਚ 88%, ਗਿਲਡਫੋਰਡ ਦੇ ਵਿੱਚ 84%, ਵੈਸਟ ਨਿਊਟਨ ਦੇ ਵਿੱਚ 90%, ਈਸਟ ਨਿਊਟਨ ਦੇ ਵਿੱਚ 90%, ਫਲੀਟਵੁੱਡ ਦੇ ਵਿੱਚ 99%, ਕਲੋਵਰਡੇਲ ਦੇ ਵਿੱਚ 99%, ਪੈਨੋਰਾਮਾ ਦੇ ਵਿੱਚ 91%, ਸਾਊਥ ਸਰੀ ਦੇ ਵਿੱਚ 88% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ 88% ਅਜਿਹੇ ਨੇ ਜਿਨ੍ਹਾਂ ਦੀ ਉਮਰ 50 ਸਾਲ ਅਤੇ ਇਸ ਤੋਂ ਵੱਧ ਹੈ, ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁੱਕੀ ਹੈ। ਕੈਨੇਡਾ ਦੇ ਸੂਬੇ ਕਿਊਬੈਕ ਅਤੇ ਅਲਬਰਟਾ ਵੱਲੋਂ ਆਪਣੇ ਡਰਾਅ ਕੱਢੇ ਗਏ। ਕਿਊਬੈਕ ਵੱਲੋਂ ਜੋ ਅਰੀਮਾ ਡਰਾਅ ਐਲਾਨਿਆ ਗਿਆ, ਉਸ ਦੇ ਤਹਿਤ 69 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਅਲਬਰਟਾ ਵੱਲੋਂ ਜੋ ਆਪਣਾ ਡਰਾਅ ਕੱਢਿਆ ਗਿਆ ਹੈ, ਜਿੱਥੇ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ ਜੋ CRS ਸਕੋਰ ਹੈ ਉਹ 300 ਦੇ ਉੱਪਰ ਰਿਹਾ। ਕੈਨੇਡਾ ਦੇ 2 ਸੂਬਿਆਂ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਅਲਬਰਟਾ ਅਤੇ ਕਿਊਬੈਕ ਵੱਲੋਂ ਜੋ ਡਰਾਅ ਕੱਢਿਆ ਗਿਆ, ਉਸ ਦੇ ਤਹਿਤ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਅਲਬਰਟਾ ਵੱਲੋਂ ਜੋ ਆਪਣਾ PNP ਡਰਾਅ ਕੱਢਿਆ ਗਿਆ, ਇਸ ਡਰਾਅ ਦੇ ਵਿੱਚ CRS ਸਕੋਰ 300 ਦੇ ਉੱਪਰ ਰਿਹਾ। ਇਸ ਡਰਾਅ ਦਾ ਐਲਾਨ ਜੂਨ 22 ਨੂੰ ਕੀਤਾ ਗਿਆ, ਜਿੱਥੇ 184 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੀਆਂ ਸਾਰੀਆਂ ਡਿਟੇਲ ਸਾਂਝੀਆਂ ਕੀਤੀਆਂ ਗਈਆਂ। ਇਸ ਸੂਬੇ ਵੱਲੋਂ ਹੁਣ ਤੱਕ 2021 ਦੇ ਦੌਰਾਨ 2284 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਅਲਬਰਟਾ ਵੱਲੋਂ ਆਪਣੇ ਪਿਛਲੇ ਡਰਾਅ ਦਾ ਐਲਾਨ ਜੂਨ 5 ਨੂੰ ਕੀਤਾ ਗਿਆ ਸੀ। 2021 ਦੇ ਦੌਰਾਨ ਅਲਬਰਟਾ ਵੱਲੋਂ 6250 ਨੋਮੀਨੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ। ਕਿਊਬੈਕ ਵੱਲੋਂ ਅਰੀਮਾ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 69 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕਿਊਬੈਕ ਵੱਲੋਂ ਇਹ ਡਰਾਅ ਜੂਨ 17 ਨੂੰ ਕੱਢਿਆ ਗਿਆ।
ਹੁਣ ਤੱਕ ਕਿਊਬਿਕ ਵੱਲੋਂ 5 ਡਰਾਅ ਕੱਢੇ ਗਏ ਨੇ। ਇਨ੍ਹਾਂ 5 ਡਰਾਅ ਦੇ ਤਹਿਤ 545 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਕਿਊਬਿਕ ਵੱਲੋਂ ਜੋ ਅਰੀਮਾ ਡਰਾਅ ਕੱਢਿਆ ਗਿਆ, ਇਸ ਨੂੰ ਸਭ ਤੋਂ ਪਹਿਲਾਂ 2018 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ontario ਸਮੇਂ ਤੋਂ ਪਹਿਲਾਂ ਪਾਬੰਦੀਆਂ ਦੇ ਵਿੱਚ ਦੇ ਸਕਦਾ ਹੈ ਢਿੱਲ, ਜਾਣੋ ਕੈਨੇਡਾ ਦੇ ਵਿੱਚ ਕੀ ਹਨ ਕੋਰੋਨਾ ਵਾਇਰਸ ਦੇ ਹਾਲਾਤ। ਰੀਟੇਲ ਸੇਲ ਦੇ ਵਿੱਚ ਰਿਕਾਰਡ ਤੋੜ ਗਿਰਾਵਟ, ਅਪ੍ਰੈਲ ਮਹੀਨੇ ਦੌਰਾਨ ਪਿਆ ਵੱਡਾ ਘਾਟਾ। ਡਰਾਈਵਰਾਂ ਦੀ ਜੇਬ ਤੇ ਪਵੇਗਾ ਭਾਰੀ ਅਸਰ, ਮੈਟਰੋ ਵੈਨਕੂਵਰ ਦੇ ਵਿੱਚ ਵਧ ਰਹੀਆਂ ਗੈਸ ਦੀਆਂ ਕੀਮਤਾਂ। ਵੈਨਕੂਵਰ 에ਅਰਪੋਰਟ ਵੱਲੋਂ ਖਰਗੋਸ਼ਾਂ ਖਿਲਾਫ ਚੁੱਕਿਆ ਕਦਮ, ਖਰਗੋਸ਼ ਮਾਰਨ ਦੇ ਲਈ ਲਗਾਈ ਗਈ ਸ਼ਖਸ ਦੀ ਡਿਊਟੀ। ਕੈਨੇਡਾ ਨੇ ਕੱਢਿਆ ਨਵਾਂ ਐਕਸਪ੍ਰੈਸ ਐਂਟਰੀ ਡਰਾਅ, 1000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ। ਨਿਊਟਨ ਦੇ ਵਿੱਚ ਵਾਪਰਿਆ ਸੜਕ ਹਾਦਸਾ, 71 ਸਾਲਾ ਔਰਤ ਹੋਈ ਗੰਭੀਰ ਜ਼ਖਮੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।